ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਪਿਆਰੇ ਬੱਚਿਓ, ਅੱਜ ਦੀ ਧਾਰਮਿਕ ਗੁਰਮਤਿ ਜਮਾਤ ਦੇ ਵਿੱਚ ਆਪਾਂ ਉਸ ਗੁਰੂ ਪਾਤਸ਼ਾਹ ਦੇ ਜੀਵਨ ਦੇ ਨਾਲ ਸਾਂਝ ਕਰ ਰਹੇ ਹਾਂ ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਹਨ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਕਿ ਇਹ ਗੁਰੂ ਭਾਰੀ ਹੈ, ਇਹ ਛਠਮ ਪੀਰ ਹੈ ਅਤੇ ਪੰਜਾਂ ਗੁਰੂਆਂ ਤੋਂ ਬਾਅਦ ਇਹ ਸੰਸਾਰ ਦੇ ਵਿੱਚ ਪ੍ਰਗਟ ਹੋਇਆ ਹੈ। ਆਪ ਆਖਦੇ ਹਨ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਇਹ ਗੁਰੂ ਅਰਜਨ ਦੇਵ ਜੀ ਨੇ ਹੀ ਆਪਣੀ ਕਾਇਆ ਬਦਲ ਰਹੀ ਹੈ ਅਤੇ ਗੁਰੂ ਹਰਗੋਬਿੰਦ ਜੀ ਦੇ ਰੂਪ ਦੇ ਵਿੱਚ ਸੰਸਾਰ ਦੇ ਸਨਮੁਖ ਹੋਏ ਹਨ। ਬਾਲ ਹਰਗੋਬਿੰਦ ਜੀ ਦਾ ਜੀਵਨ ਬੜਾ ਵਿਲੱਖਣ ਹੈ। ਆਪ ਜੀ ਦਾ ਜਨਮ 19 ਜੂਨ ਸਨ 1595 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਜ਼ਦੀਕ ਪਿੰਡ ਵਡਾਲੀ ਵਿਖੇ ਹੋਇਆ। ਆਪ ਜੀ ਦਾ ਬਚਪਨ ਪਿਤਾ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਰਹਿੰਦਿਆਂ ਬੀਤਿਆ ਅਤੇ ਆਪ ਦੇ ਮਾਤਾ ਗੰਗਾ ਜੀ ਨੇ ਆਪ ਜੀ ਦੀ ਪਰਵਰਿਸ਼ ਬੜੇ ਸੁਚੱਜੇ ਢੰਗ ਨਾਲ ਕੀਤੀ। ਪਿਆਰੇ ਬੱਚਿਓ, ਉਸ ਵਕਤ ਗੁਰੂ ਘਰ ਦੇ ਹਾਲਾਤ ਕੁਝ ਵਿਲੱਖਣ ਸਨ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਪ੍ਰਿਥੀ ਚੰਦ ਦੇ ਮਨ ਵਿੱਚ ਇਹ ਖਿਆਲ ਸੀ ਵੀ ਜੇਕਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਕੋਈ ਔਲਾਦ ਨਾ ਹੋਈ ਤਾਂ ਮੇਰਾ ਪੁੱਤਰ ਹੀ ਗੁਰੂ ਬਣੇਗਾ। ਪਰ ਗੁਰੂ ਹਰਗੋਬਿੰਦ ਜੀ ਦੇ ਪ੍ਰਗਟ ਹੋਣ ਦੇ ਨਾਲ ਉਸ ਦੀ ਇਹ ਆਸ ਮੱਧਮ ਪੈਣ ਲੱਗੀ ਤਾਂ ਉਸਨੇ ਕਈ ਸਾਜ਼ਿਸ਼ਾਂ ਰਚੀਆਂ, ਜਿਸ ਦੇ ਵਿੱਚ ਇਸਨੇ ਇੱਕ ਦਾਈ ਨੂੰ ਛਾਤੀਆਂ ਦੇ ਉੱਤੇ ਜ਼ਹਿਰ ਲਾ ਕੇ ਭੇਜਿਆ ਅਤੇ ਬਾਲ ਜੀ ਨੇ ਤਾਂ ਇਹ ਦੁੱਧ ਨਾ ਪੀਤਾ, ਪਰ ਉਹ ਦਾਈ ਜ਼ਹਿਰ ਚੜਨ ਦੇ ਨਾਲ ਮਰ ਗਈ। ਫਿਰ ਬਾਬਾ ਪ੍ਰਿਥੀ ਚੰਦ ਜੀ ਨੇ ਇੱਕ ਸਪੇਰਾ ਭੇਜਿਆ ਅਤੇ ਜਦੋਂ ਇਹ ਸਪੇਰਾ ਬਾਲ ਹਰਗੋਬਿੰਦ ਜੀ ਦੇ ਕੋਲ ਆਇਆ ਤੇ ਸੇਵਾਦਾਰਾਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਇਸ ਸੱਪ ਨੂੰ ਮਾਰ ਦਿੱਤਾ। ਫਿਰ ਉਸ ਤੋਂ ਬਾਅਦ ਇੱਕ ਹੋਰ ਸਾਜ਼ਿਸ਼ ਰਚੀ ਗਈ ਕਿ ਇੱਕ ਖਿਡਾਵੇ ਨੂੰ, ਜੋ ਬਾਲ ਹਰਗੋਬਿੰਦ ਜੀ ਨੂੰ ਖਿਡਾਉਣ ਵਾਸਤੇ ਰੱਖਿਆ ਗਿਆ ਸੀ, ਉਸ ਨੂੰ ਦਹੀਂ ਵਿੱਚ ਜ਼ਹਿਰ ਦੇ ਕੇ ਭੇਜਿਆ ਗਿਆ। ਪਰ ਬਾਲਕ ਜੀ ਨੇ ਉਸ ਦੇ ਦਹੀਂ ਨੂੰ ਵੀ ਮੂੰਹ ਨਾ ਲਾਇਆ ਅਤੇ ਉਹ ਅਜਿਹੀ ਸਥਿਤੀ ਬਣੀ ਕਿ ਉਹ ਖਿਡਾਵਾ ਹੀ ਫਿਰ ਸੂਲ ਪੈਣ ਦੇ ਨਾਲ, ਭਾਵ ਪੇਟ ਵਿੱਚ ਦਰਦ ਹੋਣ ਦੇ ਨਾਲ ਮਰ ਗਿਆ। ਅਕਾਲ ਪੁਰਖ ਨੇ ਬਾਲ ਹਰਗੋਬਿੰਦ ਜੀ ਦੀ ਰੱਖਿਆ ਕੀਤੀ ਅਤੇ ਇਸ ਤਰ੍ਹਾਂ ਗੁਰੂ ਘਰ ਦੇ ਵਿਰੋਧੀਆਂ ਦੀ ਬੜੀ ਬਦਨਾਮੀ ਹੋਈ। ਇੱਕ ਸਮਾਂ ਆਇਆ, ਬਾਲ ਹਰਗੋਬਿੰਦ ਜੀ ਨੂੰ ਸ਼ੀਤਲਾ ਦਾ ਰੋਗ ਨਿਕਲ ਆਇਆ, ਜਿਸ ਨੂੰ ਚੀਚਕ ਵੀ ਆਖਿਆ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਮੈਂ ਉਸ ਵਕਤ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਅਤੇ ਉਸ ਵਾਹਿਗੁਰੂ ਨੇ ਬਾਲ ਹਰਗੋਬਿੰਦ ਜੀ ਦੀ ਰੱਖਿਆ ਕੀਤੀ। ਬੱਚਿਓ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਦੀ ਨਿਗਰਾਨੀ ਵਿੱਚ ਸ਼ਾਸਤਰ ਵਿਦਿਆ ਅਤੇ ਦੁਨਿਆਵੀ ਵਿਦਿਆ ਦਿਵਾਈ। ਆਪ ਸ਼ੁਰੂ ਤੋਂ ਹੀ ਬੜੇ ਆਤਮਿਕ ਸੂਝ ਵਾਲੇ ਸਨ ਅਤੇ ਇਸ ਤਰ੍ਹਾਂ ਹਰ ਤਰ੍ਹਾਂ ਦਾ ਗਿਆਨ ਹਾਸਲ ਕਰਕੇ ਬੜੇ ਨਿਪੁੰਨ ਬਣੇ। ਹਾਲਾਤ ਐਸੇ ਹੋਏ, ਹਕੂਮਤ ਨੇ ਸਖਤੀ ਦਾ ਦੌਰ ਆਰੰਭਿਆ ਅਤੇ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਵਿਰੋਧ ਬੜੀ ਸਖਤੀ ਨਾਲ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਅਤੇ ਜਿਸ ਦੇ ਨਾਲ ਗੁਰੂ ਘਰ ਦੇ ਵਿਰੋਧੀਆਂ ਨੂੰ ਬੜਾ ਦੁੱਖ ਲੱਗਿਆ ਅਤੇ ਉਹਨਾਂ ਨੇ ਫਿਰ ਬੜੀ ਤੇਜ਼ੀ ਨਾਲ ਸਾਜ਼ਿਸ਼ਾਂ ਰਚ ਕੇ ਗੁਰੂ ਅਰਜਨ ਦੇਵ ਜੀ ਦੇ ਉੱਤੇ ਝੂਠੇ ਇਲਜ਼ਾਮ ਲਗਾਏ ਅਤੇ ਉਹਨਾਂ ਨੂੰ ਲਾਹੌਰ ਬੁਲਾਇਆ। ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਕਿ ਹਕੂਮਤ ਹੁਣ ਕਹਿਰ ਕਰਨ ਵਾਲੀ ਹੈ। ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਗੁਰਸਿੱਖਾਂ ਦੀ ਹਾਜ਼ਰੀ ਦੇ ਵਿੱਚ ਆਪ ਲਾਹੌਰ ਜਾਣ ਤੋਂ ਪਹਿਲਾਂ ਗੁਰਗੱਦੀ ਦੀ ਜ਼ਿੰਮੇਵਾਰੀ ਬਾਲ ਹਰਗੋਬਿੰਦ ਜੀ ਦੇ ਸਪੁਰਦ ਕਰ ਦਿੱਤੀ। ਉਸ ਵਕਤ ਬਾਲ ਹਰਗੋਬਿੰਦ ਜੀ ਦੀ ਉਮਰ ਕੇਵਲ 11 ਸਾਲ ਸੀ। ਬੱਚਿਓ, ਗੁਰੂ ਸਾਹਿਬ ਜੀ ਦੀ ਸ਼ਹੀਦੀ ਨਵਾਂ ਰੰਗ ਲਿਆਈ। ਸਿੱਖ ਇਤਿਹਾਸ ਦੇ ਵਿੱਚ ਇੱਕ ਮੋੜ ਆ ਗਿਆ। ਗੁਰੂ ਅਰਜਨ ਦੇਵ ਜੀ ਦੇ ਹੁਕਮ ਦੇ ਨਾਲ ਹੁਣ ਹਰਗੋਬਿੰਦ ਸਾਹਿਬ ਸ਼ਾਸਤਰ ਪਹਿਨਦੇ ਸਨ। ਆਪ ਨੇ 2 ਤਲਵਾਰਾਂ, ਮੀਰੀ ਦੀ ਤਲਵਾਰ ਅਤੇ ਪੀਰੀ ਦੀ ਤਲਵਾਰ ਧਾਰਨ ਕੀਤੀ।
ਮੀਰੀ ਭਾਵ ਹੈ ਦੁਨਿਆਵੀ ਸ਼ਕਤੀ ਅਤੇ ਪੀਰੀ ਭਾਵ ਹੈ ਅਕਾਲੀ ਸ਼ਕਤੀ। ਗੁਰੂ ਹਰਗੋਬਿੰਦ ਸਾਹਿਬ ਇਹ ਦੋਨੇ ਤਲਵਾਰਾਂ ਧਾਰਨ ਕਰਦੇ, ਆਪ ਕਲਗੀ ਸਜਾਉਂਦੇ, ਘੋੜਿਆਂ ਦੀ ਸਵਾਰੀ ਕਰਦੇ ਅਤੇ ਸੰਗਤ ਦੇ ਵਿੱਚ ਜੁਝਾਰੂਆਂ ਵਾਂਗੂ ਵਿਚਰਦੇ। ਹੁਣ ਆਪ ਨੇ ਸੰਗਤ ਨੂੰ ਹੁਕਮ ਕੀਤਾ ਕਿ ਮੇਰੀ ਹਜ਼ੂਰੀ ਦੇ ਵਿੱਚ ਹੁਣ ਤੁਸੀਂ ਜਵਾਨੀ ਦਿਓ, ਮੈਨੂੰ ਚੰਗੇ ਸ਼ਾਸਤਰ ਦਿਓ, ਚੰਗੇ ਘੋੜੇ ਦਿਓ, ਮੈਂ ਹੁਣ ਜ਼ੁਲਮ ਦਾ ਟਾਕਰਾ ਜ਼ਰੂਰ ਕਰਨਾ ਹੈ। ਹਾਲਾਤ ਐਸੇ ਬਣੇ ਕਿ ਆਪ ਨੇ ਸਿੱਖਾਂ ਵਿੱਚ ਜੋਸ਼ ਭਰਨ ਦੇ ਲਈ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕੀਤੀ। ਉੱਥੇ ਹਰ ਰੋਜ਼ ਦੁਪਹਿਰ ਤੋਂ ਬਾਅਦ ਸੰਗਤ ਇਕੱਤਰ ਹੁੰਦੀ ਅਤੇ ਮੱਲ ਅਖਾੜੇ ਸਜਦੇ, ਜਿਸ ਵਿੱਚ ਜੋਸ਼ੀਲੀਆਂ ਵਾਰਾਂ ਗਾਈਆਂ ਜਾਂਦੀਆਂ, ਢਾਡੀ ਵਾਰਾਂ ਗਾਉਂਦੇ, ਨਗਾਰੇ ਵਜਾਏ ਜਾਂਦੇ, ਸ਼ਸਤਰਾਂ ਦੇ ਅਭਿਆਸ ਕੀਤੇ ਜਾਂਦੇ ਅਤੇ ਜੋਸ਼ੀਲੀਆਂ ਤਕਰੀਰਾਂ ਕੀਤੀਆਂ ਜਾਂਦੀਆਂ। ਇਸ ਮਾਹੌਲ ਦੇ ਵਿੱਚ ਸਿੱਖ ਜੋ ਸਨ ਜੋਸ਼ ਨਾਲ ਭਰਦੇ ਗਏ ਅਤੇ ਜ਼ੁਲਮ ਦੇ ਵਿਰੁੱਧ ਉਹਨਾਂ ਦੀ ਆਵਾਜ਼ ਹੋਰ ਬੁਲੰਦ ਹੁੰਦੀ ਗਈ। ਪਰ ਇਹ ਰਿਪੋਰਟ ਮੁਗਲਾਂ ਕੋਲ ਪਹੁੰਚਣੀ ਸ਼ੁਰੂ ਹੋ ਗਈ। ਉਹਨਾਂ ਨੇ ਕੁਝ ਐਸਾ ਮਾਹੌਲ ਰਚਿਆ ਕਿ ਬਾਦਸ਼ਾਹ ਜਹਾਂਗੀਰ ਦੇ ਕੰਨ ਇਸ ਤਰ੍ਹਾਂ ਭਰੇ ਗਏ ਕਿ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਨੂੰ ਗ੍ਰਿਫਤਾਰ ਕਰਨ ਦੇ ਮਨਸੂਬੇ ਬਣਾਏ। ਪਰ ਇਸ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਦੇ ਵਾਸਤੇ ਬੜੇ ਯਤਨ ਕੀਤੇ। ਉਹਨਾਂ ਨੇ ਦੁਆਬੇ ਦੇ ਇਲਾਕੇ ਦੇ ਵਿੱਚ, ਮਾਲਵੇ ਦੇ ਇਲਾਕੇ ਦੇ ਵਿੱਚ ਅਤੇ ਇੱਥੋਂ ਤੱਕ ਕਿ ਕਸ਼ਮੀਰ ਦੇ ਇਲਾਕੇ ਤੱਕ, ਦੂਰ ਦੂਰ ਤੱਕ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਉਹਨਾਂ ਦੇ ਪ੍ਰਚਾਰ ਦਾ ਇਹ ਅਸਰ ਹੋਇਆ ਕਿ ਹਿੰਦੂਆਂ ਤੋਂ ਇਲਾਵਾ ਮੁਸਲਮਾਨ ਵੀ ਇਹਨਾਂ ਦਾ ਪ੍ਰਭਾਵ ਕਬੂਲ ਕੇ ਜ਼ੁਲਮ ਦੇ ਖਿਲਾਫ ਲੜਨ ਲਈ ਤਿਆਰ ਹੋਏ। ਪੈਂਦੇ ਖਾਂ ਦਾ ਇੱਕ ਜੁਝਾਰੂ ਪਠਾਨ ਆਪ ਜੀ ਦੀ ਫੌਜ ਦੇ ਵਿੱਚ ਸ਼ਾਮਲ ਹੋਇਆ। ਗੁਰੂ ਸਾਹਿਬ ਜੀ ਨੇ ਹਰ ਤਰੀਕੇ ਦੇ ਨਾਲ ਲੋਕਾਂ ਨੂੰ ਜਾਗਰਤੀ ਪੈਦਾ ਕੀਤੀ। ਲੋੜਵੰਦਾਂ ਲਈ ਆਪ ਨੇ ਮਾਇਕ ਸਾਧਨ ਇਕੱਤਰ ਕੀਤੇ। ਕਸ਼ਮੀਰ ਵਿੱਚ ਜਾ ਕੇ ਆਪ ਜੀ ਨੇ ਉੱਥੋਂ ਦੇ ਲੋਕਾਂ ਦੇ ਵਿੱਚ ਦੁਖੀ ਲੋਕਾਂ ਦੀ ਬੜੀ ਮਦਦ ਕੀਤੀ। ਗਰੀਬੀ ਦੇ ਕਾਰਨ ਲਿਤਾੜੇ ਗਏ ਲੋਕਾਂ ਦੀ ਮਦਦ ਕਰਨ ਦੇ ਨਾਲ ਪ੍ਰਭਾਵ ਐਸਾ ਪਿਆ ਕਿ ਉੱਥੋਂ ਵੀ ਭਾਈ ਕੱਟੂ ਨਾਂ ਦਾ ਇੱਕ ਮੁਸਲਮਾਨ ਗੁਰੂ ਦਾ ਸਿੱਖ ਬਣਿਆ ਅਤੇ ਆਪ ਜੀ ਦੇ ਨਾਲ ਰਲਿਆ। ਬੱਚਿਓ, ਗੁਰੂ ਸਾਹਿਬ ਫਿਰ ਗੁਜਰਾਤ, ਵਜ਼ੀਰਾਬਾਦ ਤੇ ਹਾਫਜ਼ਾਬਾਦ ਤੋਂ ਲੰਘਦੇ ਹੋਏ ਨਨਕਾਣਾ ਸਾਹਿਬ ਪਹੁੰਚੇ। ਨਨਕਾਣਾ ਸਾਹਿਬ ਤੋਂ ਬਾਅਦ ਆਪ ਲਾਹੌਰ ਗਏ। ਉਸ ਵਕਤ ਲਾਹੌਰ ਦੇ ਵਿੱਚ ਇੱਕ ਬੜੀ ਭਿਆਨਕ ਬਿਮਾਰੀ ਸੀ ਜਿਸ ਨੂੰ ਗਿਲਟੀ ਤਾਪ ਆਖਿਆ ਜਾਂਦਾ ਸੀ। ਤਾਪ ਤੋਂ ਭਾਵ ਹੈ ਬੱਚੋ ਬੁਖਾਰ ਹੋ ਜਾਣਾ, ਭਾਵ ਫੀਵਰ ਹੋ ਜਾਣਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਖੀ ਲੋਕਾਂ ਦੀ ਹਰ ਪ੍ਰਕਾਰ ਮਦਦ ਕੀਤੀ। ਉਹਨਾਂ ਦੇ ਵਾਸਤੇ ਡਾਕਟਰੀ ਸਹਾਇਤਾ ਜੋ ਵੈਦਾਂ ਰਾਹੀਂ ਦਿੱਤੀ ਜਾਂਦੀ ਸੀ ਉਸ ਦਾ ਪ੍ਰਬੰਧ ਕੀਤਾ ਅਤੇ ਉਹਨਾਂ ਨੂੰ ਅਧਿਆਤਮਿਕ ਉਪਦੇਸ਼ ਵੀ ਦਿੱਤੇ। ਇਸ ਲਾਹੌਰ ਦੀ ਧਰਤੀ ਦੇ ਉੱਤੇ ਇੱਕ ਵਕਤ ਗੁਰੂ ਅਰਜਨ ਦੇਵ ਜੀ ਨੇ ਲੋਕਾਂ ਨੂੰ ਬਿਮਾਰੀ ਤੋਂ ਨਿਜਾਤ ਦਿਵਾਉਂਦੇ ਹੋਏ ਬੜੀ ਮਦਦ ਕੀਤੀ ਸੀ। ਜਹਾਂਗੀਰ ਨਫ਼ਰਤ ਦੀ ਅਗਨੀ ਦੇ ਵਿੱਚ ਵਹਿੰਦਾ ਹੋਇਆ ਆਪ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਵਾ ਰਿਹਾ ਸੀ। ਗੁਰੂ ਸਾਹਿਬ ਗਵਾਲੀਅਰ ਦੇ ਕਿਲੇ 'ਚ ਪਹੁੰਚੇ ਤਾਂ ਉੱਥੇ ਪਹਿਲਾਂ ਹੀ 52 ਰਾਜੇ ਗ੍ਰਿਫਤਾਰ ਕੀਤੇ ਹੋਏ ਸਨ। ਆਪ ਨੇ ਉਹਨਾਂ ਦੇ ਅੰਦਰ ਵੀ ਜੋਸ਼ ਭਰਿਆ ਅਤੇ ਜ਼ੁਲਮ ਦੇ ਖਿਲਾਫ ਖੜਨ ਦਾ ਜੋ ਸੀ ਜਜ਼ਬਾ ਪੈਦਾ ਕੀਤਾ। ਹਕੂਮਤ ਦਾ ਵਿਰੋਧ ਵੱਧਦਾ ਗਿਆ ਅਤੇ ਅੰਤ ਦਬਾਅ ਦੇ ਵਿੱਚ ਆ ਕੇ ਬਾਦਸ਼ਾਹ ਜਹਾਂਗੀਰ ਨੂੰ ਆਪ ਜੀ ਨੂੰ ਰਿਹਾ ਕਰਨਾ ਪਿਆ। ਆਪ ਜੀ ਦੀ ਸ਼ਖਸੀਅਤ ਹੀ ਐਸੀ ਸੀ ਕਿ ਜਹਾਂਗੀਰ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਿਹਾ। ਉਸ ਨੇ ਆਪ ਜੀ ਦੇ ਨਾਲ ਚੰਗੇ ਸੰਬੰਧ ਸਥਾਪਿਤ ਕੀਤੇ ਅਤੇ ਗੁਰੂ ਘਰ ਦੇ ਵਿਰੋਧੀ ਚੰਦੂ ਨੂੰ ਫਿਰ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਅਤੇ ਇਸੇ ਪ੍ਰਕਾਰ ਗੁਰਦਿੱਤੇ ਪੜਭੂੰਜੇ ਨੂੰ, ਜਿਸ ਨੇ ਚੰਦੂ ਦੇ ਆਖੇ ਲੱਗ ਕੇ ਗੁਰੂ ਅਰਜਨ ਦੇਵ ਜੀ ਦੇ ਸੀਸ ਉੱਤੇ ਤੱਤਾ ਰੇਤਾ ਪਾਇਆ ਸੀ, ਉਸ ਨੂੰ ਵੀ ਗੁਰੂ ਜੀ ਦੇ ਹਵਾਲੇ ਕੀਤਾ ਅਤੇ ਇਸ ਫਿਰ ਪਾਪੀ ਨੂੰ ਗੁਰਸਿੱਖਾਂ ਨੇ ਰਲ ਕੇ ਉਸ ਕੜਛੇ ਦੇ ਨਾਲ ਹੀ ਮਾਰ ਕੇ ਮਾਰ ਦਿੱਤਾ ਜਿਸ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੀਸ ਵਿੱਚ ਰੇਤਾ ਪਾਇਆ ਗਿਆ ਸੀ। ਇੱਕ ਵਕਤ ਆਇਆ ਲਾਹੌਰ ਦੇ ਕਾਜ਼ੀ ਰੁਸਤਮ ਖਾਨ ਦੀ ਬੇਟੀ ਬੀਬੀ ਕੌਲਾਂ, ਜੋ ਕਿ ਗੁਰਸਿੱਖੀ ਅਸੂਲਾਂ ਤੋਂ ਪ੍ਰਭਾਵਿਤ ਸੀ, ਗੁਰੂ ਜੀ ਦੀ ਸ਼ਰਨ ਵਿੱਚ ਆਉਣਾ ਚਾਹੁੰਦੀ ਸੀ, ਪਰ ਉਸ ਦਾ ਲਾਹੌਰ ਵਿੱਚ ਬੜਾ ਵਿਰੋਧ ਹੋਇਆ ਤਾਂ ਗੁਰੂ ਹਰਗੋਬਿੰਦ ਜੀ ਨੇ ਉਸ ਨੂੰ ਆਪਣੀ ਰੱਖਿਆ ਦੇ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬੁਲਾਇਆ ਅਤੇ ਉਹਨਾਂ ਦੀ ਯਾਦ ਵਿੱਚ ਉੱਥੇ ਕੌਲਸਰ ਨਾਂ ਦਾ ਸਰੋਵਰ ਵੀ ਬਣਾਇਆ। ਬੱਚਿਓ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ
ਗੁਰੂ ਸਾਹਿਬ ਜੀ ਨੇ ਵਿਵੇਕਸਰ ਨਾਂ ਦਾ ਸਰੋਵਰ ਵੀ ਬਣਾਇਆ। ਸਰੋਵਰ ਤਾਂ ਬਣਾਏ ਗਏ ਤਾਂ ਜੋ ਲੋਕ ਬਿਨਾਂ ਕਿਸੇ ਵਿਤਕਰੇ ਦੇ ਇਕੱਠੇ ਵਿਚਰ ਸਕਣ, ਇਸ਼ਨਾਨ ਕਰ ਸਕਣ ਤੇ ਉਹਨਾਂ ਦੇ ਮਨ ਵਿੱਚੋਂ ਜਾਤ ਪਾਤ, ਊਚ ਨੀਚ ਦਾ ਭੇਦ ਭਾਵ ਹਮੇਸ਼ਾ ਲਈ ਖਤਮ ਹੋ ਜਾਵੇ। ਜਹਾਂਗੀਰ ਦੀ ਮੌਤ ਤੋਂ ਬਾਅਦ ਸ਼ਾਹਜਹਾਨ ਗੱਦੀ ਤੇ ਬੈਠਾ, ਇਹ ਵੀ ਬੜਾ ਕੱਟੜ ਸੀ ਅਤੇ ਇਹ ਮੁਲਾਨਿਆਂ ਦੇ ਆਖੇ ਲੱਗ ਕੇ ਇਸ ਨੇ ਵੀ ਗੁਰੂ ਘਰ ਦਾ ਵਿਰੋਧ ਸ਼ੁਰੂ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਾਹੌਰ ਵਿੱਚ ਲੋਕਾਂ ਦੀ ਭਲਾਈ ਲਈ ਜੋ ਪਾਣੀ ਦਾ ਸੋਮਾ ਬੌਲੀ ਬਣਾਈ ਸੀ, ਇਸ ਨੇ ਉਸ ਨੂੰ ਢਵਾ ਦਿੱਤਾ ਅਤੇ ਉਸ ਦੀ ਥਾਂ ਤੇ ਇੱਕ ਮਸੀਤ ਬਣਾ ਦਿੱਤੀ। ਸਿੱਖਾਂ ਦੇ ਮਨ ਵਿੱਚ ਜੋਸ਼ ਜਾਗਿਆ ਅਤੇ ਇਸ ਪ੍ਰਕਾਰ ਹਕੂਮਤ ਦੇ ਨਾਲ ਜੰਗਾਂ ਆਰੰਭ ਹੋ ਗਈਆਂ। ਸਿੱਖਾਂ ਨੇ ਗੁਰੂ ਹਰਗੋਬਿੰਦ ਜੀ ਦੀ ਅਗਵਾਈ ਦੇ ਵਿੱਚ ਬੱਚਿਓ 4 ਜੰਗਾਂ ਲੜੀਆਂ ਅਤੇ ਜਿੱਤੀਆਂ। ਵਕਤ ਐਸਾ ਆਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਸਥਾਨ ਨੂੰ ਛੱਡ ਦਿੱਤਾ ਅਤੇ ਕੀਰਤਪੁਰ ਸਾਹਿਬ ਵੱਲ ਨੂੰ ਰੁਖ ਕੀਤਾ। ਕੀਰਤਪੁਰ ਸਾਹਿਬ ਰੋਪੜ ਤੋਂ ਅੱਗੇ ਲੰਘ ਕੇ ਅਤੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਰਸਤੇ ਦੇ ਵਿੱਚ ਆਉਂਦਾ ਹੈ। ਬੜੀ ਰਮਣੀਕ ਥਾਂ ਸੀ। ਇਸ ਨੂੰ ਗੁਰੂ ਜੀ ਨੇ ਆ ਕੇ ਆਬਾਦ ਕੀਤਾ ਅਤੇ ਇੱਥੇ ਵਸੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਿਵਾਰ ਦੇ ਵਿੱਚ ਬੱਚਿਓ 5 ਲੜਕੇ ਸਨ ਅਤੇ 1 ਲੜਕੀ ਸੀ। ਆਪ ਜੀ ਦੇ 5 ਸਪੁੱਤਰਾਂ ਦੇ ਵਿੱਚ ਬਾਬਾ ਅਣੀ ਰਾਏ ਜੀ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਟਲ ਰਾਏ ਜੀ ਅਤੇ ਸ੍ਰੀ ਤਿਆਗਮਲ ਜੀ ਸਨ। ਇਹ ਤਿਆਗਮਲ ਜੀ ਬਾਅਦ ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਜੀ ਬਣ ਕੇ ਸੰਸਾਰ ਵਿੱਚ ਪ੍ਰਗਟ ਹੋਏ। ਪਿਆਰੇ ਬੱਚਿਓ, ਆਪ ਜੀ ਦੀ ਸਪੁੱਤਰੀ ਦਾ ਨਾਮ ਬੀਬੀ ਵੀਰੋ ਸੀ। ਬੀਬੀ ਵੀਰੋ ਦੇ ਪੁੱਤਰ ਭੰਗਾਣੀ ਦੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਗਵਾਈ ਵਿੱਚ ਲੜਦੇ ਹੋਏ 2 ਪੁੱਤਰ ਸ਼ਹੀਦ ਹੋਏ ਸਨ। ਵਕਤ ਐਸਾ ਆਇਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾਂ ਨੇੜੇ ਆ ਗਿਆ। ਉਹ ਅਕਾਲ ਪੁਰਖ ਵੱਲ ਵਿੱਚ ਵਿਲੀਨ ਹੋਣ ਜਾ ਰਹੇ ਸਨ। ਉਹਨਾਂ ਨੇ ਜਾਣ ਤੋਂ ਪਹਿਲਾਂ ਗੁਰੂ ਘਰ ਦੀ ਅਗਲੀ ਜ਼ਿੰਮੇਵਾਰੀ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਸ਼੍ਰੀ ਹਰ ਰਾਏ ਜੀ ਨੂੰ ਸੌਂਪ ਦਿੱਤੀ। ਗੁਰੂ ਹਰ ਰਾਏ ਜੀ ਸੰਸਾਰ ਤੇ ਪ੍ਰਗਟ ਹੋਏ ਅਤੇ ਫਿਰ 3 ਮਾਰਚ ਸਨ 1644 ਈਸਵੀ ਨੂੰ ਕੀਰਤਪੁਰ ਵਿਖੇ ਗੁਰੂ ਹਰਗੋਬਿੰਦ ਪਾਤਸ਼ਾਹ ਅਕਾਲ ਪੁਰਖ ਦੇ ਵਿੱਚ ਵਿਲੀਨ ਹੋ ਗਏ, ਜੋਤੀ ਜੋਤ ਸਮਾ ਗਏ। ਗੁਰੂ ਹਰਗੋਬਿੰਦ ਜੀ ਦਾ ਜੀਵਨ ਸਾਡੇ ਲਈ ਚਾਨਣ ਮੁਨਾਰਾ ਹੈ। ਕਿਸ ਪ੍ਰਕਾਰ ਗੁਰਸਿੱਖ ਨੇ ਵਿਚਰਨਾ ਹੈ, ਸਭ ਸਾਧਨ ਹੁੰਦੇ ਹੋਏ ਵੀ ਉਸ ਪਰਮੇਸ਼ਰ ਨੂੰ ਨਹੀਂ ਭੁੱਲਣਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜੁਝਾਰੂਆਂ ਵਾਲਾ ਜੀਵਨ ਬਤੀਤ ਕੀਤਾ। ਆਪ ਨੇ ਘੋੜਿਆਂ ਦੀ ਸਵਾਰੀ ਕੀਤੀ, ਸਿੱਖਾਂ ਨੂੰ ਸ਼ਾਸਤਰ ਵਿਦਿਆ ਸਿਖਾਈ। ਆਪ ਸਿੱਖਾਂ ਦੇ ਨਾਲ ਲੈ ਕੇ ਸ਼ਿਕਾਰ ਖੇਡਦੇ ਸਨ। ਇਸ ਪ੍ਰਕਾਰ ਆਪ ਜੀ ਨੇ ਜੋਸ਼ ਭਰਿਆ, ਨਗਾਰੇ ਵਜਾਏ ਅਤੇ ਸਿੱਖ ਕੌਮ ਨੂੰ ਉਹ ਰਸਤਾ ਦਿਖਾਇਆ ਜਿਹੜਾ ਧਰਮ ਦਾ ਇੱਕ ਵਿਲੱਖਣ ਰਸਤਾ ਸੀ। ਲੋਕੀ ਇਸ ਨੂੰ ਕੇਵਲ ਮਾਲਾ ਦਾ ਮਾਰਗ ਸਮਝਦੇ ਸਨ। ਗੁਰੂ ਸਾਹਿਬ ਜੀ ਨੇ ਇਸ ਨੂੰ ਤਲਵਾਰ ਦੇ ਨਾਲ ਜੋੜਿਆ ਅਤੇ ਦੱਸਿਆ ਜਰਵਾਣੇ ਤੋਂ ਰੱਖਿਆ ਕਰਨ ਦੇ ਵਾਸਤੇ ਜੇਕਰ ਤਲਵਾਰ ਵੀ ਚੁੱਕਣੀ ਪਏ ਤਾਂ ਇਹ ਵੀ ਧਰਮ ਦਾ ਹੀ ਮਾਰਗ ਹੈ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।